अक्सर असी सुनते हैं कि डॉक्टर इलाज करते हैं और डॉक्टरों को बहुत वड्डियां वड्डियां तकनीकां आ गई। तुसी देखते हो वो कहते हैं कि असी तुहाडा इलाज कर देंगे, तुहानू सेहत दे देवांगे, तुसी तंदुरुस्त रहोगे। लेकिन इन्हां सारियां गल्लां दे उत्ते एक नवा कंसैप्ट, एक नवीं खोज हुई है, चर्चा शुरू हुई है। मेरे नाल ने डॉक्टर अमर सिंह आज़ाद जिहड़े MBBS ने, MD ने, और ये कहते हैं कि डॉक्टर तुहानू ठीक नहीं कर सकते, दवाइयां तुहानू ठीक नहीं कर सकदियां, दवाइयां तुहानू सेहतमंद नहीं बना सकदियां, दवाइयां तुहानू बीमार कर रही ने, डॉक्टर तुहानू लुट रहे ने। इस विषय पर गल करते हैं। सब तो पहले डॉक्टर साहब तुहाडा समा देने लई धन्नवाद। सत श्री अकाल जी सारे सोतिਆਂ ਨੂੰ। अक्सर तो असीं पढ़ते हैं कि कहते डॉक्टर कहते असीं तुहानू सेहतमंद कर देंगे, दवाइयां नाल तुसीं ठीक हो जाओगे। लेकिन तुसीं कह रहे हो कि डॉक्टर ते दवाइयां जिहड़ियां वो मनुखी शरीर लई खतरनाक है, किवें ते क्यों? ਕੋਈ ਪਹਿਲੀ ਗੱਲ ਤਾਂ ਜਿਹੜੇ ਐਲੋਪੈਥੀ ਦੇ ਡਾਕਟਰ ਕੋਈ ਆਪਣੀ ਸੁਪੀਰੀਅਰਿਟੀ ਸ਼ੋ ਕਰਦੇ ਆ ਨਾ ਵੀ ਅਸੀਂ ਹੀ ਵਿਗਿਆਨਕ ਹਾਂ ਤੇ ਬਾਕੀ ਜਿਹੜਾ ਜੋ ਕੁਝ ਲੋਕ ਕਰ ਰਹੇ ਆ ਉਹ ਗਲਤ ਹੈ। ਪਹਿਲੀ ਗੱਲ ਤਾਂ ਇਹ ਝੂਠ ਸਿੱਧ ਹੋ ਚੁੱਕਿਆ ਪਹਿਲਾਂ ਹੀ। ਇੰਡੀਆ 'ਚ ਵੀ ਸਟੱਡੀ ਹੋਈਆਂ ਨੇ ਔਰ WHO ਨੇ ਖੁਦ ਸਟੱਡੀ ਕਰਾਈ ਹੈ ਕਿ ਕਿਸੇ ਵੀ ਸਿਸਟਮ 'ਚ ਤੁਸੀਂ ਚਲੇ ਜਾਓ 70% ਮਰੀਜ਼ ਠੀਕ ਹੋ ਜਾਂਦੇ ਆ, ਇੱਕੋ ਜਿਹੇ ਨੇ ਸਭ ਦੇ, ਔਰ 30% ਮਰੀਜ਼ ਕਿਸੇ 'ਚ ਵੀ ਠੀਕ ਨਹੀਂ ਹੁੰਦੇ। तो इस करके ਇਹੋ ਜਿਹਾ ਕੋਈ ਕਲੇਮ ਕਰਨਾ ਕਿ ਕੋਈ ਐਲੋਪੈਥੀ ਜ਼ਿਆਦਾ ਸਾਇੰਟੀਫਿਕ ਹੈ, ਐਸਾ ਕੋਈ ਜ਼ਿਆਦਾ ਇਸ ਗੱਲ ਦਾ ਕੋਈ ਪ੍ਰੂਫ ਨਹੀਂ ਹੈ। ਦੂਜੀ ਗੱਲ ਇਹ ਕਿ 2008 ਤੱਕ ਆਉਂਦੇ 1980 ਸ਼ੁਰੂ ਹੋ ਗਿਆ ਸੀ ਕੰਮ ਇਹ। 1980 ਤੱਕ ਇਹ ਗੱਲ ਜਿਹੜੇ ਸਿੰਸੀਅਰ ਕਿਸਮ ਦੇ ਵਿਗਿਆਨੀ ਸੀਗੇ ਉਹਨਾਂ ਨੇ ਕਰਨੀ ਸ਼ੁਰੂ ਕਰਤੀ ਸੀਗੀ ਕਿ ਜਿਹੜੀ ਇਹ ਐਲੋਪੈਥੀ ਵਾਲਾ ਸਿਸਟਮ ਹੈ ਖਤਰਨਾਕ ਰਸਾਇਣਾਂ 'ਤੇ ਆਧਾਰਿਤ ਦਵਾਈਆਂ ਨੇ ਜਾਂ ਵੱਡੀਆਂ ਵੱਡੀਆਂ ਸਰਜਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇਹ ਕੋਈ ਹੱਲ ਨਹੀਂ ਹੈ, ਇਹ ਕੋਈ ਸੋਲਿਊਸ਼ਨ ਨਹੀਂ ਹੈ। ਇਹ ਤਾਂ ਸਿਰਫ ਉਦੋਂ ਕਰਨੀ ਚਾਹੀਦੀ ਜਦੋਂ ਬਾਕੀ ਹੱਲ ਜਿਹੜੇ ਨੇ ਉਹ ਫੇਲ ਹੋ ਜਾਣ। 2008 ਤੱਕ ਆਉਂਦੇ ਇਹ ਗੱਲ ਜਿਹੜੀ ਕਲਾਈਮੈਕਸ 'ਤੇ ਆ ਗਈ ਔਰ 2008 ਤੱਕ ਤੇ ਤੋਂ ਬਾਅਦ ਜਾ ਕੇ 2008 ਅੱਜ 10 ਸਾਲ ਹੋ ਗਏ ਹੈ। 2008 ਤੱਕ ਇੰਨੀਆਂ ਖੋਜਾਂ ਹੋ ਚੁੱਕੀਆਂ ਸੀਗੀਆਂ ਕਿ ਉਹਨਾਂ ਨੇ ਸਿੱਧ ਕਰਤਾ ਕਿ ਕੋਈ ਵੀ ਦਵਾਈ ਤੁਹਾਨੂੰ ਸਿਹਤਮੰਦ ਨਹੀਂ ਕਰਦੀ, ਕਿਸੇ ਵੀ ਬਿਮਾਰੀ ਦੀ, ਨਾ ਸ਼ੂਗਰ ਦੀ, ਨਾ ਬਲੱਡ ਪ੍ਰੈਸ਼ਰ ਦੀ, ਨਾ ਹਾਰਟ ਦੀ, ਕੋਈ ਸਿਹਤਮੰਦ ਨਹੀਂ ਕਰਦੀ। ਉਲਟਾ ਉਹ ਦਵਾਈਆਂ ਜਿਹੜੀਆਂ ਨੇ ਆਪਣੇ ਸਾਈਡ ਇਫੈਕਟਸ ਕਰਦੀਆਂ ਨੇ ਔਰ ਇੱਥੋਂ ਤੱਕ ਖੋਜਾਂ ਹੋ ਗਈਆਂ ਕਿ ਇਹ ਜਿਹੜੀਆਂ ਦਵਾਈਆਂ ਨੇ ਅਸਲ ਵਿੱਚ ਉਲਟਾ ਜ਼ਿਆਦਾ ਬਿਮਾਰ ਕਰਦੀਆਂ ਨੇ। ਔਰ ਜਿਹੜਾ ਦਵਾਈਆਂ ਖਾਣ ਵਾਲਾ ਬੰਦਾ ਉਦਾਹਰਨ ਦੇ ਤੌਰ 'ਤੇ ਸ਼ੂਗਰ ਦੇ ਅੰਦਰ ਇਹ ਸਿੱਧ ਹੋ ਗਿਆ ਕਿ ਸ਼ੂਗਰ ਜਿਹੜਾ ਬੰਦਾ ਦਵਾਈਆਂ ਨਾਲ ਟਰੀਟ ਕਰੇਗਾ ਉਹ ਘੱਟ ਸਿਹਤਮੰਦ ਹੈ ਅਤੇ ਵੱਧ ਮਰੇਗਾ ਦਵਾਈਆਂ ਵਾਲਾ। ਜਿਹੜਾ ਦਵਾਈਆਂ ਨਹੀਂ ਖਾਏਗਾ ਉਹ ਘੱਟ ਮਰੇਗਾ ਅਤੇ ਵੱਧ ਸਿਹਤਮੰਦ ਹੋਏਗਾ। ਇਹ ਪ੍ਰੂਵ ਹੋ ਚੁੱਕਿਆ। ਸੋ ਇਸ ਕਰਕੇ ਪੂਰੇ ਦੇ ਪੂਰੇ ਲਗਭਗ ਜਿੰਨੀਆਂ ਕਰੋਨਿਕ ਖਾਸ ਕਰਕੇ ਜਿਹੜੀਆਂ ਪੁਰਾਣੀਆਂ ਔਰ ਲਾਇਲਾਜ ਬਿਮਾਰੀਆਂ ਨੇ ਉਹਦੇ ਅੰਦਰ ਇਹ ਸਿੱਧ ਹੋ ਗਿਆ ਕਿ ਦਵਾਈਆਂ ਕੋਈ ਸਿਹਤਮੰਦ ਨਹੀਂ ਕਰਦੀਆਂ, ਉਲਟਾ ਦਵਾਈਆਂ ਸਾਈਡ ਇਫੈਕਟਸ ਕਰਦੀਆਂ ਨੇ। ਔਰ ਦੁਨੀਆ 'ਚ ਤੀਜਾ ਵੱਡਾ ਕਾਰਨ ਮੌਤ ਦਾ ਦਵਾਈਆਂ ਨੇ। ਪਹਿਲਾ ਕਾਰਨ ਹਾਰਟ ਅਟੈਕ ਹੈ, ਦੂਜਾ ਕਾਰਨ ਕੈਂਸਰ ਹੈ ਅਤੇ 3 ਨੰਬਰ 'ਤੇ ਉਹ ਕਾਰਨ ਨੇ ਜਿਹੜੇ ਡਾਕਟਰ ਜਾਂ ਡਾਕਟਰਾਂ ਦੀਆਂ ਦਵਾਈਆਂ ਜਿਹੜੀਆਂ ਨੇ ਮੌਤ ਦਾ ਤੀਜਾ ਵੱਡਾ ਕਾਰਨ ਨੇ। ਔਰ ਉਸ ਤੋਂ ਬਾਅਦ ਉਸ ਤੋਂ 20 ਤੋਂ 40 ਗੁਣਾ ਜਿਹੜੇ ਬੰਦੇ ਨੇ ਉਹ ਗੰਭੀਰ ਸਾਈਡ ਇਫੈਕਟਸ ਤੋਂ ਸਫਰ ਕਰਦੇ ਆ। ਤਾਂ ਇਸ ਕਰਕੇ ਇਹੋ ਜਿਹਾ ਕੋਈ ਪ੍ਰੂਫ ਨਹੀਂ ਹੈ, ਇਹੋ ਜਿਹਾ ਕੋਈ ਸਬੂਤ ਨਹੀਂ ਹੈ, ਇਹੋ ਜਿਹੀ ਕੋਈ ਐਵੀਡੈਂਸ ਹੀ ਨਹੀਂ ਹੈ ਕਿ ਦਵਾਈਆਂ ਸਿਹਤਮੰਦ ਕਰਦੀਆਂ ਨੇ। ਇਹ ਜੋ ਕੁਛ ਡਾਕਟਰ ਕਹਿ ਰਹੇ ਹੈ ਇਹ ਇੱਕ ਧੰਦੇਬਾਜ਼ੀ ਹੈ ਜਿਹਦੇ ਉੱਪਰ ਸਭ ਤੋਂ ਟੌਪ 'ਤੇ ਕਾਰਪੋਰੇਟ ਹੈ। ਕਾਰਪੋਰੇਟ ਇੰਨਾ ਕੁ ਵੱਡਾ ਹੈ, ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਨ ਦਿੰਦਾ। 500 ਅਗਰ ਟੌਪ ਕਾਰਪੋਰੇਸ਼ਨਾਂ ਲੈ ਲਈਏ ਜਿਹੜੀ ਸਭ ਤੋਂ ਜ਼ਿਆਦਾ ਜਿਹਨੂੰ ਕਹਿੰਦੇ ਆ ਅਮੀਰ ਨੇ, ਤਾਂ ਉਹਦੇ ਤੋਂ ਜਿਹੜੀਆਂ 10 ਅਮੀਰ ਫਾਰਮਾਸਿਊਟੀਕਲ ਕੰਪਨੀਆਂ ਨੇ ਉਹਨਾਂ ਦਾ ਨੈੱਟ ਪ੍ਰੋਫਿਟ ਬਾਕੀ 490 ਕੰਪਨੀਆਂ ਤੋਂ ਵੱਧ ਹੈ। ਤੁਸੀਂ ਇਮੈਜਿਨ ਕਰੋ 10 ਕੰਪਨੀਆਂ ਦਾ ਨੈੱਟ ਪ੍ਰੋਫਿਟ 490 ਕੰਪਨੀਆਂ ਤੋਂ ਵੱਧ ਹੈ। ਉਹ ਸਾਰੀਆਂ 10 ਕੰਪਨੀਆਂ ਫਾਰਮਾਸਿਊਟੀਕਲਸ ਦੀਆਂ ਨੇ ਔਰ 60% ਦਵਾਈਆਂ ਅਸੀਂ ਹਿੰਦੁਸਤਾਨੀ ਖਾ ਰਹੇ ਹਾਂ। ਦੁਨੀਆ ਦੀਆਂ ਸਾਡੀ ਆਬਾਦੀ ਹੈਗੀ ਦੁਨੀਆ ਦਾ 17%, ਲੇਕਿਨ ਅਸੀਂ ਦਵਾਈਆਂ ਕਿੰਨੀਆਂ ਖਾ ਰਹੇ 60%। ਤਾਂ ਤੁਸੀਂ ਇਮੈਜਿਨ ਕਰੋ ਦਵਾਈਆਂ ਸਿਹਤਮੰਦ ਵੀ ਨਹੀਂ ਕਰਦੀਆਂ, ਦਵਾਈਆਂ ਬਿਮਾਰ ਵੀ ਕਰਦੀਆਂ ਨੇ ਔਰ ਸਾਡੀ ਇਕੋਨਮੀ ਦੀ ਬਹੁਤ ਵੱਡੀ ਡਰੇਨੇਜ ਹੋ ਰਹੀ ਹੈ। ਸਾਡੇ ਲੋਕ ਜਿਹੜੇ ਨੇ ਉਹ ਗਰੀਬੀ ਦਾ ਇੱਕ ਵੱਡਾ ਕਾਰਨ ਬਣ ਗਿਆ ਨੇ ਇਹ ਐਲੋਪੈਥੀ ਦਾ ਇਲਾਜ ਕਰਾਉਣਾ। डॉक्टर साहब डॉक्टर दावा करते हैं वड्डे ऑपरेशन, नवीं तकनीकां, लेज़र, ये नाल जिहड़ियां तुहाडीਆਂ बीमारियां दूर हो जाणगीਆਂ। लेकिन तुसीं इन्हां तो उल्ट मनुखी शरीर नूं किवें तंदुरुस्त रखदे हो, की सुजैशन दिंदे हो, की खावे की पीवे ਤਾਂ ਜੋ ਸਾਡਾ ਸਰੀਰ ਹੈ ਜਿਹੜਾ ਉਹ ਦਵਾਈਆਂ ਤੋਂ ਵੀ ਬਚੇ, ਡਾਕਟਰਾਂ ਤੋਂ ਵੀ ਬਚੇ ਅਤੇ ਸਾਡੀ ਜਿਹੜੀ ਆਰਥਿਕ ਲੁੱਟ ਹੈ ਉਸ ਤੋਂ ਵੀ ਬਚ ਸਕੇ। ਦੇਖੋ ਜਿਸ ਢੰਗ ਦੇ ਨਾਲ ਲੋਕ ਸਰਜਰੀਆਂ ਦੇ ਕਲੇਮ ਹੋ ਰਹੇ ਆ ਉਹਦੇ 'ਚ ਕੁਛ ਗੱਲਾਂ ਤਾਂ ਬਹੁਤ ਜਿਹਨੂੰ ਕਹਿੰਦੇ ਆ ਨੰਗੀਆਂ ਚਿੱਟੀਆਂ ਹੋ ਗਈਆਂ ਨੇ। ਉਦਾਹਰਨ ਦੇ ਤੌਰ 'ਤੇ ਬੱਚਾ ਪੇਟ 'ਚੋਂ ਪੇਟ ਪਾੜ ਕੇ ਕਰਨਾ, ਸਿਜ਼ੇਰੀਅਨ ਸੈਕਸ਼ਨ ਕਰਨਾ, ਉਹ ਸਿੱਧ ਹੋ ਗਿਆ ਕਿ ਕਮਰਸ਼ੀਅਲ ਹੈ, ਪਿਓਰ ਕਮਰਸ਼ੀਅਲ ਹੈ। ਜਿਹੜਾ ਕਿ ਮੈਂ ਜਦੋਂ MBBS ਕਰਦਾ ਸੀਗਾ ਤਾਂ ਸਾਨੂੰ ਪੜ੍ਹਾਇਆ ਜਾਂਦਾ ਸੀ ਕਿ 10% ਟੋਟਲ ਪ੍ਰੈਗਨੈਂਸੀ ਜਿਹੜੀਆਂ ਨੇ ਉਹ ਅਬਨੋਰਮਲ ਹੁੰਦੀਆਂ ਨੇ, 90% ਪ੍ਰੈਗਨੈਂਸੀਜ਼ ਨਾਰਮਲ ਹੁੰਦੀਆਂ ਨੇ। ਉਹ 10% 'ਚੋਂ ਅੱਗੇ ਫਿਰ ਕਿੰਨੇ % ਨੂੰ ਸਿਜ਼ੇਰੀਅਨ ਦੀ ਲੋੜ ਹੈ ਉਹ ਵੱਖਰੀ ਗੱਲ ਸੀਗੀ। ਅੱਜ ਇਹੋ ਜਿਹੇ ਹਸਪਤਾਲ ਹੈ ਜਿੱਥੇ 90% ਸਿਜ਼ੇਰੀਅਨ ਹੋ ਰਹੇ ਆ, ਤਾਂ ਇਹਨੂੰ ਤੁਸੀਂ ਕਿਵੇਂ ਜਸਟੀਫਾਈ ਕਰੋਗੇ? ਇਹਦਾ ਮਤਲਬ ਹੈ ਕਿਤੇ ਨਾ ਕਿਤੇ ਕਮਰਸ਼ੀਅਲ ਇੰਟਰਸਟ ਇਨਵੋਲਵ ਹੈ। ਸੇਮ ਚੀਜ਼ ਸਟੈਕਟਮੀ ਬਾਰੇ ਆ ਕਿ ਸਾਨੂੰ ਕਿਹਾ ਜਾਂਦਾ ਕਿ ਬੱਚੇ ਦਾ ਨਹੀਂ ਜਿਸ ਮਾਂ ਦੇ ਬੱਚਾ ਹੋ ਗਿਆ ਉਹਨੂੰ ਯੂਟਰਸ ਦੀ ਲੋੜ ਨਹੀਂ ਕਢਾ ਦਿਓ। ਜੇ ਅਪੈਂਡਿਕਸ ਬਾਰੇ ਕਿਹਾ ਜਾਂਦਾ ਕਿ ਅਪੈਂਡਿਕਸ ਜਿਹੜੀ ਹੈ ਅੱਜ ਪੂਰਾ ਸਿੱਧ ਹੋ ਗਿਆ ਕਿ ਯੂਟਰਸ ਕੱਢਣੀ ਔਰ ਅਪੈਂਡਿਕਸ ਕੱਢਣੀ ਹੱਦ ਦਰਜੇ ਦਾ ਕ੍ਰਾਈਮ ਹੈ।
ਜਿਹੜਾ ਹੈ ਕਿਉਂਕਿ ਯੂਟਰਸ ਦੇ ਨਾਲ ਬੱਚੇ ਮਾਂ ਦੀ ਪੂਰੇ ਸਰੀਰ ਜੁੜਿਆ ਹੋਇਆ ਉਹਦਾ। ਅਗਰ ਤੁਸੀਂ ਬਿਨਾਂ ਵਜ੍ਹਾ ਤੇ ਯੂਟਰਸ ਕੱਢੋਗੇ ਤਾਂ ਉਹਦੇ ਪੂਰੇ ਸਰੀਰ ਦੇ ਉੱਪਰ ਅਸਰ ਪਏਗਾ। ਸੇਮ ਜਿਹੜੀ ਅਪੈਂਡਿਕਸ ਹੈ, ਅਪੈਂਡਿਕਸ ਸਾਡੇ ਬਹੁਤ ਦੋਸਤ ਨੇ ਜਿਹੜੇ ਕੀਟਾਣੂ, ਉਹਨਾਂ ਨੂੰ ਸਾਂਭ ਕੇ ਰੱਖਦੀ ਹੈ ਤਾਂ ਕਿ ਕੱਲ੍ਹ ਨੂੰ ਤੂੰ ਕੋਈ ਐਂਟੀਬਾਇਓਟਿਕ ਖਾਣੇ ਹੋਰ ਖਾਣੇ ਬਾਕੀ ਕੀਟਾਣੂ ਇੰਤਣੀ ਦੇ ਮਰ ਵੀ ਜਾਣ, ਅਪੈਂਡਿਕਸ ਦੇ ਨਹੀਂ ਮਰਦੇ। ਸੋ ਅਪੈਂਡਿਕਸ ਕੁਦਰਤ ਨੇ ਕਿਸੇ ਖਾਸ ਕੰਮ ਲਈ ਬਣਾਈ ਹੋਈ ਹੈ। ਇਸੇ ਤਰ੍ਹਾਂ ਜਿੰਨੀਆਂ ਵੱਡੀਆਂ ਸਰਜਰੀਜ਼ ਹੋ ਰਹੀਆਂ ਨੇ ਉਹ 'ਚੋਂ ਵੱਧ ਤੋਂ ਵੱਧ 10-15% ਹੋਣਗੀਆਂ ਜੈਨੂਨ ਹੁੰਦੀਆਂ ਨੇ, ਬਾਕੀ ਸਾਰੀਆਂ ਦੀ ਸਾਰੀ ਸਰਜਰੀ ਕਮਰਸ਼ੀਅਲ ਟੈਸਟ ਵਾਸਤੇ ਹੋ ਰਹੀਆਂ ਨੇ ਔਰ ਉਹਨਾਂ ਦੇ ਬਦਲ ਹੈਗੇ ਆ ਜਿਹਦੇ ਬਦਲ ਰਾਹੀਂ ਉਹ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੇ ਇਲਾਜ ਹੋ ਸਕਦੇ ਆ। ਤੇ ਇਸ ਕਰਕੇ ਇਹ ਕਹਿਣਾ ਕਿ ਸਰਜਰੀਆਂ ਜਿਹੜੀਆਂ ਨੇ ਕੋਈ ਸਿਹਤ ਦਿੰਦੀਆਂ ਨੇ, ਇਹੋ ਜਿਹੀ ਕੋਈ ਐਵੀਡੈਂਸ ਨਹੀਂ ਹੈ। ਐਵੀਡੈਂਸ ਉਲਟ ਆ ਰਹੀ ਹੈ ਕਿ ਡਾਕਟਰ ਔਰ ਕਾਰਪੋਰੇਟ ਹਸਪੀਟਲ ਜਿਹੜੇ ਨੇ ਮਰੀਜ਼ਾਂ ਨੂੰ ਲੁੱਟਣ ਵਾਸਤੇ, ਮਰੀਜ਼ਾਂ ਦੀ ਜਿਹੜੀ ਹੈ ਉਹ ਇਕਨੋਮੀ ਨੂੰ ਖਰਾਬ ਕਰਨ ਲਈ, ਉਹਨਾਂ ਤੋਂ ਪੈਸੇ ਬਟੋਰਨ ਲਈ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਔਰ ਯੂਜ਼ਲੈਸ ਔਰ ਹਾਰਮਫੁਲ ਸਰਜਰੀਜ਼ ਹੋ ਰਹੀਆਂ ਨੇ। ਡਾਕਟਰ ਸਾਹਿਬ, ਭਾਰਤ ਸ਼ੂਗਰ ਦੀ ਬਿਮਾਰੀ ਦਾ ਘਰ ਬਣ ਰਿਹਾ ਹੈ। ਮੋਟਾਪੇ ਦੀ ਗੋਲੀ, ਕੋਲੈਸਟਰੋਲ ਦੀ ਗੋਲੀ, BP ਦੀ ਗੋਲੀ, ਸ਼ੂਗਰ ਦੀ ਗੋਲੀ ਹਰ ਵਿਅਕਤੀ ਖਾ ਰਿਹਾ ਹੈ ਔਰ ਅਸੀਂ ਹੈਲਥ ਚੈੱਕਅਪ ਵੀ ਕਰਾ ਰਹੇ ਹਾਂ। ਇਹ ਕਿੰਨੇ ਦਰੁਸਤ ਨੇ? ਇਹਨਾਂ ਤੋਂ ਕਿਵੇਂ ਛੁਟਕਾਰਾ ਮਿਲ ਸਕਦਾ ਹੈ? ਦੇਖੋ, ਜਿੱਥੋਂ ਤੱਕ ਸਵਾਲ ਸ਼ੂਗਰ ਦਾ, ਸ਼ੂਗਰ ਬਲੱਡ ਪ੍ਰੈਸ਼ਰ ਕੋਈ ਬਿਮਾਰੀ ਨਹੀਂ ਹੈ। ਇਹਨਾਂ ਨੂੰ ਬਿਮਾਰੀ ਕਹਿਣਾ ਹੀ ਗਲਤ ਹੈ। ਤੁਹਾਡੀ ਰੀਡਿੰਗ ਜ਼ਿਆਦਾ ਆ ਰਹੀ ਹੈ, ਬਲੱਡ ਦੇ ਅੰਦਰ ਗਲੂਕੋਜ਼ ਜ਼ਿਆਦਾ ਹੈ, ਉਹਦੀ ਰੀਡਿੰਗ ਜ਼ਿਆਦਾ ਆ ਗਈ। ਤੁਹਾਡਾ BP ਦੀ ਰੀਡਿੰਗ ਜ਼ਿਆਦਾ ਆ ਰਹੀ ਹੈ, ਲੇਕਿਨ ਉਹਨੂੰ ਬਿਮਾਰੀ ਕਿਉਂ ਕਹਿ ਰਹੇ ਹਾਂ ਅਸੀਂ? ਅਸਲ 'ਚ ਬਿਮਾਰੀ ਹੈ ਹੀ ਨਹੀਂ। ਉਹ ਬਾਡੀ ਦਾ ਇੱਕ ਰਿਸਪੌਂਸ ਹੈ, ਬਾਡੀ ਦਾ ਇੱਕ ਜਵਾਬ ਹੈ ਸਾਡੀ ਕੁਝ ਗਲਤ ਚੀਜ਼ਾਂ ਨੂੰ। ਅਸੀਂ ਗਲਤ ਖਾਣਾ ਖਾ ਰਹੇ ਹਾਂ, ਗਲਤ ਢੰਗ ਨਾਲ ਖਾ ਰਹੇ ਹਾਂ, ਜਾਂ ਗਲਤ ਸਾਡਾ ਜਿਉਣ ਦਾ ਢੰਗ ਹੈ, ਉਹਨੂੰ ਰਿਐਕਸ਼ਨ ਹੈ। ਮੂਮੈਂਟ ਅਸੀਂ ਨੂੰ ਠੀਕ ਕਰਦੇ ਹਾਂ, ਸ਼ੂਗਰ ਤੇ ਬਲੱਡ ਪ੍ਰੈਸ਼ਰ ਠੀਕ ਹੋ ਜਾਂਦਾ। ਡਾਕਟਰਾਂ ਦਾ ਜਿਹੜਾ ਇਹ ਡਿਕਲੇਅਰ ਕਰ ਰੱਖਿਆ ਪਿਛਲੇ 40 ਸਾਲ ਤੋਂ ਕਿ ਤੁਸੀਂ ਸ਼ੂਗਰ ਤੇ ਬਲੱਡ ਪ੍ਰੈਸ਼ਰ ਇਨਕਿਉਰੇਬਲ ਬਿਮਾਰੀਆਂ, ਸਾਰੀ ਉਮਰ ਦਵਾਈ ਖਾਓ, ਇਹ ਟੋਟਲ ਝੂਠ ਹੈ। ਤੁਸੀਂ ਤੇ ਸਿਰਫ ਆਪਣਾ ਖਾਣਾ ਠੀਕ ਕਰ ਲਓ, 3 ਦਿਨ 'ਚ ਸ਼ੂਗਰ ਦੀ ਦਵਾਈ ਛੁੱਟ ਜਾਂਦੀ ਹੈ, ਸਿਰਫ 3 ਦਿਨਾਂ 'ਚ। ਤੇ ਜੇ 3 ਦਿਨਾਂ ਤੁਸੀਂ ਨਾ ਛੱਡੀ ਦਵਾਈ ਤਾਂ ਤੁਹਾਡੀ ਸ਼ੂਗਰ ਉਲਟਾ ਘਟ ਜਾਏਗੀ ਔਰ ਤੁਹਾਨੂੰ ਮਜਬੂਰੀ ਛੱਡਣੀ ਪੈਗੀ, ਨਹੀਂ ਤਾਂ ਤੁਸੀਂ ਚੱਕਰ ਆਉਣਗੇ ਤੁਹਾਨੂੰ। ਸੇਮ BP ਬਾਰੇ ਹੈ, ਕੋਈ BP ਦੀ ਦਵਾਈ ਖਾਣ ਦੀ ਲੋੜ ਨਹੀਂ ਹੈ। BP ਦੀ ਦਵਾਈ ਖਾਸ ਢੰਗ ਦਾ ਖਾਣਾ, ਖਾਸ ਢੰਗ ਨਾਲ ਖਾਣ ਨਾਲ ਜਿਹੜੀ ਹੈ BP ਠੀਕ ਹੋ ਜਾਂਦਾ। ਜਿੱਥੇ ਤੱਕ ਸਵਾਲ ਰੂਟੀਨ ਚੈੱਕਅਪ ਦਾ, ਰੂਟੀਨ ਚੈੱਕਅਪ ਇੱਕ ਜਾਲ ਹੈ ਮੈਡੀਕਲ ਪ੍ਰੋਫੈਸ਼ਨ ਦਾ ਔਰ ਕਾਰਪੋਰੇਟ ਦਾ ਫੈਲਾਇਆ ਹੋਇਆ ਕਿ ਤੁਸੀਂ ਮੂਮੈਂਟ ਤੁਸੀਂ ਰੂਟੀਨ ਚੈੱਕਅਪ ਕਰਾਉਣ ਜਾਓਗੇ ਤੁਸੀਂ ਉਹਨਾਂ ਦੇ ਜਾਲ 'ਚ ਫਸ ਜਾਓਗੇ। ਹੁਣ ਇਹਨਾਂ ਨੇ ਇੱਕ ਬਾਡੀ ਸਕੈਨਰ ਬਣਾ ਲਿਆ ਹੋਇਆ। ਬਾਡੀ ਸਕੈਨਰ ਦੇ ਅੰਦਰ 500 ਪੈਰਾਮੀਟਰ ਨੇ ਜਿਹੜੇ ਸਕੈਨ ਹੋਣੇ ਆ। ਤੁਸੀਂ ਇਮੈਜਿਨ ਕਰੋ ਕਿਸੇ ਵੀ ਬੰਦੇ ਦੇ ਉਹ ਸਕੈਨਰ ਠੀਕ 500 ਪੈਰਾਮੀਟਰ ਠੀਕ ਨਹੀਂ ਆ ਸਕਦੇ, ਉਹ 'ਚੋਂ 5, 7, 10 ਹਰ ਬੰਦੇ ਦੇ ਖਰਾਬ ਹੋਣਗੇ ਔਰ ਤੁਹਾਨੂੰ ਉਲਝਾ ਲੈਣਗੇ। तो जो कहती कि जरूरत नहीं है क्योंकि बहुतियां जिहड़ियां बीमारियां ने 95% बीमारियां ने वो सारियां खाण पीण तो रहन सहन तो पैदा हो रही ने। वो खाण पीण रहन सहन ठीक कर लो बीमारियां खत्म हो जांदियां ने। जे वो नहीं है लगियां हुई तो लगणगियां नहीं, जे लग गई ने तो दूर हो जाणगियां इंक्लूडिंग कैंसर। कैंसर समेत ईवन कैंसर जे अगर ठीक ढंग नाल असीं अपनी लाइफ नूं ढाल लीए तो 9 महीने कैंसर भी खत्म हो जाता है। सो इस करके ये जिहड़ा सारा जाल है एक किस्म की गुलामी है, एक नवी किस्म की गुलामी है जिहड़े साडे आले दुआले बुण दित्ती गई है। इस गुलामी चों निकलण लई सानूं एक खास किस्म की चेतना चाहिए है, खास किस्म की अवेयरनेस चाहिए है। वो जिन्हां तो आस की जाती सी डॉक्टरां तो उन्हां दे अंदर जिहड़ी गुलामी क्योंकि उन्होंने वो हिस्सेदार बन गए, उहदे पार्टनर बन गए हैं बहुत बड़े। इस करके वो निकलना चाहते विरले विरले मेरे वर्गे कमले वाले है वो गल कर रहे हैं इस गल की कि जिहड़ा सारा सिस्टम है गुलामी दी निशानी है। तुहाडे पैरां 'च बेड़ियां पातियां उन्होंने, तुहानूं वो लुट रहे हैं। तुसीं इस चक्कर तो बचो, ना दवाइयां खाण दी लोड़ है ना सर्जरी कराउण दी लोड़ है। इस करके अपना जिहड़ा खाण पीण ठीक कर लीए, रहन सहन ठीक कर लीए तो सारा कुछ ठीक हो जाता। डॉक्टर साहब अज भज दौड़ की जिंदगी है, हर बंदा चाहता है कि मैं जल्दी जल्दी काम ते जावां। फास्ट फूड वाल साडा ध्यान है, डब्बा बंद जिहड़ा भोजन है वो असीं लगातार लै रहे हैं और इहदे बदल वजों तुसीं बिना पक्या भोजन कहंदे हो कि ये खाओ, वो किहड़ा भोजन हो सकता है ते किहड़ियां बीमारियां तो बचाव हो सकता है? नहीं जी, फास्ट फूड गलत ना देता उन्हें, आता उल्टा फास्ट फूड तो वो जिहड़ा कच्चा है, मतलब फास्ट फूड आपां ना देता, पहला फूड नूं खराब करता फिर उन्होंने फास्ट कहता, एक फैशन बन गया फास्ट फूड। लेकिन मैनूं दसो भी केला खाना फास्ट फूड है कि बर्गर खाना फास्ट फूड है? तुसीं केला खाओ, तुसीं तो 50 किस्म के होर फल पे हैं, सब्जियां पईयां, खीरे पे हैं, वो फास्ट फूड ने। तुसीं घर च भी फास्ट खाने वाला फूड बन सकता है हैल्दी ढंग नाल। सो एक मिसनोमर है कि फास्ट फूड का टाइम नहीं लगता। उल्टा जे तुसीं अच्छा खाना खाओगे तो कोई टाइम नहीं लगता, बिल्कुल भी टाइम नहीं लगता। और तुसीं उहनूं नाल रख सकते हो अपने बैग च। अपने एक सिर्फ हैबिट बदलने की गल है, असीं अपनी हैबिट्स दे जिन्होंने कहते गुलाम हो गए हैं। असीं अगर हैबिट 21 दिन तुसीं नवा रूटीन ट्राई करके देखो, 21 दिन बाद तुहाडी हैबिट टुट जाएगी। सिर्फ 21 दिन, 3 हफ्ते का नवा रूटीन डिसिपलिन ढंग नाल पा लो, 3 हफ्ते बाद तुहाडा शरीर पुराना मंगना बंद कर दिंदा है ते नवा मंगना शुरू कर दिंदा है। सो इस करके मेरी अपील है सारिਆਂ ਨੂੰ कि जे तुसीं सेहतमंद रहना तो सेहतमंद खाने का रूटीन पाओ, 3 हफ्ते डिसिपलिन नाल पा लो, 3 हफ्ते बाद तुहाडे सारा सैटिंग हो जाएगी, तुहानूं तरीका भी आ जाएगा किवें नाल लैके जाना, किवें डब्बे 'च पाउणा, कित्थे रखना, की खाना है।
ਉਹ ਦੇਖੋ ਦੁੱਧ ਜਿਹੜਾ ਨਹੀਂ ਵਧੀਆ ਫੂਡ ਦੁੱਧ ਬੰਦ ਕਰਨਾ, ਦਵਾਈਆਂ ਬੰਦ ਕਰਨੀਆਂ, 2 ਖਰਚੇ ਬਚ ਗਏ ਤੁਹਾਡੇ। ਦੁੱਧ ਤੇ ਦਵਾਈਆਂ ਦਾ ਖਰਚਾ ਤੁਸੀਂ ਫਲਾਂ ਤੇ ਸਬਜ਼ੀਆਂ ਤੇ ਕਰੋ, ਬਸ ਇੰਨਾ ਹੀ ਹੈ। ਉਹ ਖਰਚਾ ਅਸੀਂ ਇੱਕ ਪਾਸਿਓਂ ਘਰ ਛੱਡ ਕੇ ਦੂਜੇ ਪਾਸੇ ਕਰਨਾ, ਮਹਿੰਗਾ ਵੀ ਨਹੀਂ ਪੈਣਾ। ਉਹ ਜਿੰਨਾ ਦੁੱਧ ਮਹਿੰਗਾ ਤੇ ਜਿੰਨੀਆਂ ਦਵਾਈਆਂ ਮਹਿੰਗੀਆਂ ਨੇ, ਇਸ ਤੋਂ ਮਹਿੰਗਾ ਜਿਹੜਾ ਰਾ ਫੂਡ ਨਹੀਂ ਹੈਗਾ। ਆਪਾਂ ਰਾ ਫੂਡ ਜਿਹੜਾ ਸਬਜ਼ੀਆਂ ਤੇ ਫਲ ਨੇ ਕੱਚੇ ਖਾਣੇ ਆ, ਉਹ ਅਸਲ 'ਚ ਸਿਹਤ ਦਾ ਸਭ ਤੋਂ ਵੱਡਾ ਰਾਜ ਗੁਣ ਉੱਥੇ ਹੈ, ਤਾਂ ਉਹਨੂੰ ਖਾਣਾ ਚਾਹੀਦਾ। ਤਾਂ ਉਹੀ ਸਭ ਤੋਂ ਵਧੀਆ ਫਾਸਟ ਫੂਡ ਹੈ ਸਾਡਾ। ਸੋ ਮੇਰੇ ਨਾਲ ਨੇ ਡਾਕਟਰ ਅਮਰ ਸਿੰਘ ਆਜ਼ਾਦ, ਜਿਹੜੇ ਹਮੇਸ਼ਾ ਇਸ ਗੱਲ ਤੇ ਪਹਿਰਾ ਦਿੰਦੇ ਆ ਕਿ ਜਿਹੜਾ ਤੁਸੀਂ ਭੋਜਨ ਖਾਂਦੇ ਹੋ, ਜੇਕਰ ਤੁਸੀਂ ਉਹਨੂੰ ਠੀਕ ਕਰ ਲਓ ਤਾਂ ਤੁਸੀਂ ਦਵਾਈਆਂ ਤੋਂ ਛੁਟਕਾਰਾ ਪਾ ਸਕਦੇ ਹੋ, ਬਿਮਾਰੀਆਂ ਤੋਂ ਨਿਜਾਤ ਮਿਲ ਸਕਦੀ ਹੈ, ਡਾਕਟਰਾਂ ਦੀ ਲੁੱਟ ਤੋਂ ਤੁਹਾਡੀ ਜੇਬ ਬਚ ਸਕਦੀ ਹੈ। ਕਿਹੜਾ ਭੋਜਨ ਕਦੋਂ ਖਾਣਾ ਚਾਹੀਦਾ, ਕਿਵੇਂ ਖਾਣਾ ਚਾਹੀਦਾ ਹੈ? ਸਵੇਰ ਦੇ ਭੋਜਨ ਤੋਂ ਅਸੀਂ ਸ਼ੁਰੂ ਕਰੀਏ। ਅਸੀਂ ਬ੍ਰੇਕਫਾਸਟ ਕਰਦੇ ਹਾਂ, ਨਾਸ਼ਤਾ ਕਰਦੇ ਹਾਂ। ਕੋਈ ਬ੍ਰੇਕਫਾਸਟ ਕਹਿੰਦਾ, ਕੋਈ ਕਹਿੰਦਾ ਕਿ ਤੜਕੇ ਰੋਟੀ ਖਾ ਲਓ ਅਤੇ ਸ਼ਾਮ ਤੱਕ ਦੁਪਹਿਰ ਤੱਕ ਅਸੀਂ ਇਸ ਤਰ੍ਹਾਂ ਦਾ ਜਿਹੜਾ ਜੀਵਨ ਜਿਉਣਾ ਹੈ ਤਾਂ ਜੋ ਦੁਪਹਿਰ ਤੋਂ ਬਾਅਦ ਸਾਨੂੰ ਭੋਜਨ ਦੀ ਲੋੜ ਨਾ ਪਵੇ। ਸਭ ਤੋਂ ਪਹਿਲਾਂ ਅਸੀਂ ਕੀ ਖਾਈਏ ਅਤੇ ਘਰ ਦੇ ਵਿੱਚੋਂ ਕਿਹੜੀਆਂ ਚੀਜ਼ਾਂ ਸਾਡੇ ਕੋਲ ਮੌਜੂਦ ਹੋਣ? ਵੈਸੇ ਤਾਂ ਪਹਿਲਾਂ ਆਪਾਂ ਅਸੂਲਾਂ ਦੀ ਗੱਲ ਕਰਦੇ ਹਾਂ ਕਿ ਉਹਦੇ ਨਿਯਮ ਕੀ ਨੇ। ਨਿਯਮ ਇਹ ਹੈ ਕਿ ਆਪਣੇ ਫੂਡ ਦੇ ਅੰਦਰ, ਆਪਣੇ ਖਾਣੇ ਦੇ ਅੰਦਰ 50% ਤੋਂ ਉੱਪਰ ਰॉ ਫੂਡ ਲੈ ਕੇ ਆਉਣਾ, ਯਾਨੀ ਕਿ ਅਣਪੱਕਿਆ ਖਾਣਾ। ਜਿਵੇਂ ਕਿ ਸਬਜ਼ੀਆਂ ਔਰ ਫਲ, ਸਲਾਦ ਦੇ ਤੌਰ ਤੇ ਸਬਜ਼ੀ ਖਾ ਲੈ, ਕੱਚੀ ਸਬਜ਼ੀ ਖਾਂਦੇ ਅਸੀਂ, ਜਿਹੜੇ ਮਿੱਠੇ ਹੁੰਦੇ ਉਹਨੂੰ ਫਲ ਕਹਿ ਦਿੰਦੇ ਆਪਾਂ। ਤਾਂ ਮਿੱਠੇ ਫਲ ਖਾਣੇ ਕੱਚੇ, ਔਰ ਫਿਰ ਡਰਾਈ ਫਰੂਟਸ ਹੈਗੇ ਨੇ। ਮਾਤਰਾ ਦੱਸਿਓ। ਮਾਤਰਾ ਦੱਸਦਾ। ਪਹਿਲਾਂ ਆਪਾਂ ਅਸੂਲਾਂ ਦੀ ਗੱਲ ਕਰਦੀ ਹੈ ਕਿ ਕਿਉਂਕਿ ਮਾਤਰਾ ਕਈ ਵਾਰੀ ਬੰਦਾ ਐਡਜਸਟ ਕਰਨੀ ਪੈਂਦੀ ਹੈ। ਦੂਜਾ ਅਸੂਲ ਇਹ ਹੈ ਕਿ ਕੋਈ ਵੀ ਐਨੀਮਲ ਫੂਡ ਨਹੀਂ ਖਾਣਾ। ਸਣੇ ਦੁੱਧ, ਇਹ ਪੂਰਾ ਲਗਾਤਾਰ ਇੱਕ ਤੋਂ ਬਾਅਦ ਇੱਕ ਸਟੱਡੀ 'ਚ ਇਹ ਪ੍ਰੂਵ ਹੋ ਰਿਹਾ ਕਿ ਕੋਈ ਵੀ ਐਨੀਮਲ ਫੂਡ ਜਿਹੜਾ ਉਹ ਸਰੀਰ ਨੂੰ ਫਾਇਦੇਮੰਦ ਨਹੀਂ ਹੈ, ਨੁਕਸਾਨ ਕਰਦਾ। ਔਰ ਦੁੱਧ ਦੇ ਵਿੱਚ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਜਿਹੜੀ ਪੌਦਿਆਂ 'ਚ ਨਹੀਂ ਹੈਗੀ। ਸੋ ਇਸ ਕਰਕੇ ਦੁੱਧ ਨੂੰ ਆਪਾਂ ਭੁੱਲੀਏ। ਪੰਜਾਬੀਆਂ ਦੀ ਦਿੱਕਤ ਇਹ ਹੈ ਕਿ ਆਪਾਂ ਦੁੱਧ ਨਾਲ ਬੜੇ ਜੁੜੇ ਹੋਏ ਹਾਂ। ਸੋ ਦੁੱਧ, ਜੇ ਸਿਹਤਮੰਦ ਰਹਿਣਾ ਤਾਂ ਦੁੱਧ ਨੂੰ ਇੱਕ ਵਾਰੀ ਭੁੱਲੀਏ ਆਪਾਂ, ਅਤੇ ਦੁੱਧ ਜਾਂ ਦੁੱਧ ਦੀਆਂ ਬਣੀਆਂ ਚੀਜ਼ਾਂ ਖਾਣੀਆਂ ਜਿਹੜੀਆਂ ਬੰਦ ਕਰੀਏ। ਤੀਜੀ ਗੱਲ, ਕੋਈ ਵੀ ਬਾਜ਼ਾਰ ਦਾ ਪ੍ਰੋਸੈਸਡ ਫੂਡ ਨਹੀਂ ਖਾਣਾ, ਜਿਹੜਾ ਇੰਡਸਟਰੀ ਦੇ ਥਰੂ, ਸਨਅਤ ਦੇ ਥਰੂ ਪੈਕ ਹੋ ਕੇ, ਬੰਦ ਹੋ ਕੇ, ਰਿਫਾਈਨਡ ਹੋ ਕੇ ਫੂਡ ਆ ਗਿਆ, ਨਹੀਂ ਖਾਣਾ। ਘਰ ਦਾ ਪੱਕਿਆ ਹੋਇਆ ਖਾਣਾ ਖਾਣਾ ਜਾਂ ਰॉ ਖਾਣਾ। ਤਾਂ ਉਸ ਵਾਪਸ ਸਵੇਰੇ ਨਾਸ਼ਤੇ ਤੋਂ ਸ਼ੁਰੂ ਕਰ ਲੈਂਦੇ ਹਾਂ। ਨਾਸ਼ਤਾ ਜਿਹੜਾ ਸਭ ਤੋਂ ਜ਼ਿਆਦਾ ਉਹਨੂੰ ਮੋਡੀਫਾਈ ਕਰਨਾ ਸਭ ਤੋਂ ਵਧੀਆ ਗੱਲ ਹੈ, ਕਿਉਂਕਿ ਉਸ ਵੇਲੇ ਖਾਲੀ ਪੇਟ ਹੁੰਦਾ ਔਰ ਉਸ ਵੇਲੇ ਫਰੂਟ ਜਿਹੜਾ ਉਹ ਅੰਮ੍ਰਿਤ ਵਾਂਗੂ ਲੱਗਦਾ। ਲੰਚ ਔਰ ਡਿਨਰ ਆਪਣਾ ਉੱਦਾਂ ਰਹਿਣ ਦੀ ਆਪਾਂ, ਉਹਨੂੰ ਡਿਸਟਰਬ ਨਾ ਕਰੀਏ। ਸਵਾਏ ਇਸ ਗੱਲ ਤੇ ਕਿ ਦੁੱਧ ਜਾਂ ਦੁੱਧ ਤੋਂ ਬਣੀ ਚੀਜ਼ ਜਾਂ ਨੌਨ ਵੈਜ ਨਾ ਖਾਓ। ਚਾਹ ਦੇ ਤੁਸੀਂ ਚਾਹ ਬਿਲਕੁਲ ਬੰਦ ਕਰਨੀ। ਚਾਹ ਜਿਹੜੀ ਦੁੱਧ ਵਾਲੀ ਚਾਹ ਨਹੀਂ ਪੀਣੀ। ਚਾਹ ਪੀਣੀ ਹੈ ਤਾਂ ਕਾਲੀ ਪੀਓ, ਗ੍ਰੀਨ ਪੀਓ ਜਾਂ ਹਰਬਲ ਪੀਓ। 3 ਕਿਸਮ ਦੀ ਚਾਹ ਮਾਰਕੀਟ 'ਚ ਅਵੇਲੇਬਲ ਹੈ। ਗ੍ਰੀਨ ਅਵੇਲੇਬਲ ਹੈ, ਬਲੈਕ ਅਵੇਲੇਬਲ ਹੈ, ਔਰ ਬਲੈਕ ਤਾਂ ਉਹੀ ਚਾਹ ਜਿਹੜੀ ਪੱਤੀ ਪਾਉਂਦੇ ਆ, ਅਤੇ ਤੀਜੀ ਹਰਬਲ ਅਵੇਲੇਬਲ ਹੈ। ਤਿੰਨੋਂ ਚਾਹਾਂ ਬਿਨਾਂ ਦੁੱਧ ਦੇ ਪੀਤੀਆਂ ਜਾ ਸਕਦੀਆਂ ਨੇ। ਉਹਦਾ ਤੁਸੀਂ 21 ਦਿਨ ਕਰੋਗੇ ਅਤੇ 21 ਦਿਨਾਂ ਬਾਅਦ ਤੁਹਾਡੀ ਜੀਭ ਉਹੀ ਮੰਗੇਗੀ। ਤੁਹਾਨੂੰ ਦੁੱਧ ਦਾ ਇੱਕ ਸਾਡੇ, ਕਿਉਂਕਿ ਸਾਡੀ ਦਿੱਕਤ ਇਹ ਹੈ, ਫੂਡ ਹੈਬਿਟਸ ਜਿਹੜੀਆਂ ਹੁੰਦੀਆਂ ਨੇ ਇਹ ਸਾਡੇ ਮਾਈਂਡ 'ਚ ਬਣ ਜਾਂਦੀਆਂ ਨੇ, ਔਰ ਸਰੀਰ ਸਾਡਾ ਉਹੀ ਮੰਗੀ ਜਾਂਦਾ। ਉਹਨੂੰ ਤੋੜਨ ਲਈ 21 ਦਿਨ ਦਾ ਡਿਸਪਲਿਨ ਰੱਖ ਲਓ। ਇੱਕ ਵਾਰੀ 21 ਦਿਨਾਂ ਬਾਅਦ ਉਹ ਮੰਗ ਜਿਹੜੀ ਆ ਖਤਮ ਹੋ ਜਾਏਗੀ। ਨਾਸ਼ਤਾ ਆਪਾਂ ਨੇ ਕਰਨਾ, ਪਹਿਲਾਂ ਫਲ ਖਾਣੇ ਆ, 11-12 ਵਜੇ ਤੱਕ ਫਲ ਖਾਣੇ ਆ। ਆਪਣੇ ਬਾਡੀ ਵੇਟ ਤੋਂ 10 ਗੁਣਾ ਜ਼ਿਆਦਾ ਗ੍ਰਾਮਾਂ 'ਚ, ਯਾਨੀ ਕਿ 70 ਕਿਲੋ ਦਾ ਬੰਦਾ ਤਾਂ 700 ਗ੍ਰਾਮ ਫਲ ਖਾਣੇ ਆ। ਇੱਕ ਤਰ੍ਹਾਂ ਦੇ ਫਲ ਨਹੀਂ ਖਾਣੇ, ਕੋਸ਼ਿਸ਼ ਕਰਨੀ 4 ਤਰ੍ਹਾਂ ਦੇ ਫਲ ਖਾਈਏ। ਉਸ ਤੋਂ ਬਾਅਦ ਥੋੜ੍ਹਾ ਵਕਫਾ ਪਾ ਕੇ ਫਿਰ ਸਲਾਦ ਖਾਣੀ ਹੈ। ਜਿੰਨਾ ਬਾਡੀ ਵੇਟ ਆ ਉਹਨੂੰ 5 ਨਾਲ ਗੁਣਾ ਕਰਕੇ, ਯਾਨੀ ਕਿ ਮੰਨ ਲਓ 70 ਕਿਲੋ ਦਾ ਬੰਦਾ 350 ਗ੍ਰਾਮ ਸਲਾਦ ਖਾਣੀ ਹੈ। ਫਿਰ ਆਪਾਂ ਰੂਟੀਨ ਲੰਚ ਖਾ ਲੈਣਾ। ਇਸ ਰਾਤ ਦੇ ਖਾਣੇ ਤੋਂ ਪਹਿਲਾਂ ਸਲਾਦ ਇੱਕ ਵਾਰੀ ਫਿਰ ਖਾਣੀ 350 ਗ੍ਰਾਮ 70 ਕਿਲੋ ਵਾਲੇ ਬੰਦੇ ਨੇ, ਜਿਹਦਾ ਵੇਟ ਘੱਟ ਵੱਧ ਹੈ, ਉਹਨੇ 5 ਨਾਲ ਗੁਣਾ ਕਰ ਲੈਣਾ 19 ਗ੍ਰਾਮ, ਤਾਂ ਉਹ ਸਲਾਦ ਖਾਣੀ ਹੈ। ਤਾਂ ਇਹ ਜੇਕਰ ਰੂਟੀਨ ਆਪਾਂ ਪਾਲਾਂਗੇ ਤਾਂ ਆਪਾਂ ਨੂੰ ਕੋਈ ਬਿਮਾਰੀ ਜਿਹੜੀ ਆ ਉਹ ਲੱਗਦੀ ਨਹੀਂ ਹੈ। ਜੇ ਨਹੀਂ ਲੱਗੀ ਤਾਂ, ਜੇ ਲੱਗ ਗਈ ਹੈ ਤਾਂ ਚਲੀ ਜਾਏਗੀ। ਹਰ ਬਿਮਾਰੀ ਦਾ ਆਪਣੀ ਡਿਊਰੇਸ਼ਨ ਹੈ। ਸਭ ਤੋਂ ਜਲਦੀ ਸ਼ੂਗਰ ਜਾਂਦੀ ਹੈ। ਸ਼ੂਗਰ ਸਭ ਤੋਂ ਸੌਖੀ ਹੈ ਟਰੀਟ ਕਰਨੀ। 3 ਦਿਨਾਂ ਦੇ ਅੰਦਰ ਸ਼ੂਗਰ ਦੀ ਦਵਾਈ ਛੱਡੀ ਜਾ ਸਕਦੀ ਹੈ। ਜੇ ਇੱਕ ਅੱਧੀ ਦਵਾਈ ਹੈ ਤਾਂ, ਜੇ ਜ਼ਿਆਦਾ ਨੇ ਤਾਂ ਬੰਦ ਕਰਕੇ ਹਫ਼ਤੇ ਛੱਡੀ ਜਾਊਗੀ। ਸ਼ੂਗਰ ਦੀ ਦਵਾਈ ਸਭ ਤੋਂ ਪਹਿਲਾਂ ਜਾਂਦੀ ਹੈ, BP ਦੀ ਉਸ ਤੋਂ ਬਾਅਦ ਜਾਂਦੀ ਹੈ। ਕੋਲੈਸਟਰੋਲ ਵਾਲੀ ਦਾ ਤਾਂ ਖਾਣ ਦਾ ਫਾਇਦਾ ਹੀ ਕੋਈ ਨਹੀਂ। ਕੋਲੈਸਟਰੋਲ ਵਾਲੀ ਦਵਾਈ ਤਾਂ ਵੈਸੇ ਹੀ ਕਬਾੜ ਹੈ, ਉਹਦਾ ਖਾਣ ਦਾ ਮਤਲਬ ਹੀ ਕੋਈ ਨਹੀਂ ਹੈ। ਹਾਰਟ ਵਾਲੀ ਦਵਾਈਆਂ ਜਿਹੜੀਆਂ ਨੇ ਮਹੀਨੇ ਦੇ ਵਿੱਚ ਛੱਡੀਆਂ ਜਾ ਸਕਦੀਆਂ ਨੇ, ਕਿਉਂਕਿ ਕੁਦਰਤ ਆਪਣੇ ਬਾਈਪਾਸ ਆਪ ਬਣਾਉਂਦੀ ਹੈ। ਕੁਦਰਤ ਐਡੀ ਗ੍ਰੇਟ ਹੈ ਕਿ ਉਹਨੂੰ ਬਾਈਪਾਸ ਬਣਾਉਣਾ ਸਾਡੇ ਨਾਲੋਂ ਜ਼ਿਆਦਾ ਵਧੀਆ ਆਉਂਦਾ। ਸਾਡਾ ਜੋ ਡਾਕਟਰ ਬਾਈਪਾਸ ਬਣਾਉਂਦੇ ਉਹ ਨਖਿੱਧ ਬਾਈਪਾਸ ਹੈ, ਉਹ ਬੰਦ ਹੋ ਜਾਂਦਾ ਬਾਅਦ 'ਚ, ਕਿਉਂਕਿ ਉਹ ਕੁਦਰਤ ਦਾ ਬਣਾਇਆ ਹੋਇਆ। ਕੁਦਰਤ ਉਹਨੂੰ ਠੀਕ ਢੰਗ ਨਾਲ ਗਿਣਦੀ ਨਹੀਂ ਹੈ। ਜੋ ਕੁਦਰਤ ਬਾਈਪਾਸ ਬਣਾਉਂਦੀ ਹੈ ਉਹ ਇੰਨਾ ਵਧੀਆ ਹੁੰਦਾ ਹੈ ਕਿ ਮੁੜ ਕੇ ਬੰਦ ਹੀ ਨਹੀਂ ਹੁੰਦਾ ਕਦੀ ਵੀ, ਤੁਸੀਂ ਮਰ ਜਾਓਗੇ। ਸੋ ਜਿਹੜਾ ਕੁਦਰਤੀ ਬਾਈਪਾਸ ਹੈ ਉਹ ਸਭ ਤੋਂ ਉੱਤਮ ਹੈ। ਕੁਦਰਤ ਬਾਈਪਾਸ ਬਣਾਉਂਦੀ ਹੈ। ਇਹ ਨੂਨ ਹੈ। ਹੁਣ ਇਹਨਾਂ ਨੇ, ਮੈਂ ਨਹੀਂ ਕਹਿ ਰਿਹਾ, ਇਹ ਇਹਨਾਂ ਦੇ ਆਪਣੇ ਜਨਰਲ ਕਹਿ ਰਹੇ ਆ, ਡਾਕਟਰ ਮੈਡੀਸਨ ਦੇ ਆਪਣੇ ਜਨਰਲ ਕਹਿ ਰਹੇ ਆ ਕਿ ਨੈਚੁਰਲ ਬਾਈਪਾਸ ਵੀ ਚੀਜ਼ ਹੈਗਾ। ਨੈਚੁਰਲ ਬਾਈਪਾਸ ਬਣਦਾ ਹੈ। ਅਤੇ ਜੇ ਅਸੀਂ ਉਦੋਂ ਵੀ ਬਣ ਜਾਂਦਾ ਜਦੋਂ ਨਹੀਂ ਵੀ ਕੋਆਪਰੇਟ ਕਰ ਰਹੇ ਸੀ। ਅਸੀਂ ਕੁਦਰਤ ਨਾਲ ਕੋਆਪਰੇਟ ਕਰੀਏ, ਕੁਦਰਤੀ ਢੰਗ ਅਡਾਪਟ ਕਰੀਏ ਤਾਂ ਬਣਨਾ ਹੀ ਬਣਨਾ ਉਹਨੇ। ਕੁਦਰਤ ਦੇ ਅੰਦਰ ਸਿਸਟਮ ਹੈ ਉਹ। ਔਰ ਬਲੌਕ ਹੋਣੇ ਕੋਈ ਰੇਅਰ ਗੱਲ ਨਹੀਂ ਹੈ। ਸਟੱਡੀਜ਼ ਹੋਈਆਂ ਨੇ ਕਿ ਈਵਨ ਯੰਗ ਬੰਦਿਆਂ 'ਚ ਬਲੌਕ ਹੁੰਦੇ ਆ। ਜੇ 20 ਸਾਲ ਦੇ ਬੱਚੇ ਦਾ ਵੀ ਤੁਸੀਂ ਐਂਜੀਓਗ੍ਰਾਫੀ ਕਰਾ ਲਓਗੇ ਉਹ 'ਚ ਵੀ ਬਲੌਕ ਨਿਕਲਣਗੇ। ਬਲੌਕ ਆਪਣੇ ਆਪ 'ਚ ਕੋਈ ਮਾੜੀ ਚੀਜ਼ ਨਹੀਂ ਹੈ। ਸਵਾਲ ਤਾਂ ਨੇਚਰ ਨੇ ਉਹਦਾ ਹੱਲ ਲੱਭ ਲਿਆ ਕਿ ਨਹੀਂ ਲੱਭ ਲਿਆ। ਬਲੌਕ ਨਹੀਂ ਇੰਪੋਰਟੈਂਟ,
ਇੰਪੋਰਟੈਂਟ ਇਹ ਹੈ ਕਿ ਤੁਸੀਂ ਹੈਲਦੀ ਹੋ ਕਿ ਨਹੀਂ ਹੈ। ਜੇ ਤੁਸੀਂ ਹੈਲਦੀ ਹੋ ਇਹਦਾ ਮਤਲਬ ਨੇਚਰ ਨੇ ਬਾਈਪਾਸ ਬਣਾ ਲਿਆ ਉਹਦਾ। ਨੇਚਰ ਦੇ ਉੱਪਰ ਸਾਰੇ ਬਾਈਪਾਸ ਹੈਗੇ ਆ, ਇਕੱਲੇ ਹਾਰਟ ਦਾ ਨਹੀਂ, ਹਰ ਅੰਗ ਦਾ ਬਾਈਪਾਸ ਹੈਗਾ ਉਹਦੇ ਕੋਲੇ। ਤਾਂ ਨੇਚਰ ਆਪਣਾ ਬਾਈਪਾਸ ਆਪ ਬਣਾ ਲੈਂਦੀ ਹੈ। ਇਸ ਕਰਕੇ ਅਸੀਂ ਠੀਕ ਭੋਜਨ ਖਾਵਾਂਗੇ ਤਾਂ ਕੁਦਰਤ ਨੇ ਬਾਈਪਾਸ ਵੀ ਆਪਣਾ ਬਣਾ ਲੈਣਾ, BP ਵੀ ਠੀਕ ਕਰ ਲੈਣਾ, ਸ਼ੂਗਰ ਵੀ ਠੀਕ ਕਰ ਲੈਣੀ, ਕੋਈ ਹੋਰ ਬਿਮਾਰੀ ਉਹ ਵੀ ਠੀਕ ਕਰ ਲੈਣੀ ਹੈ। ਔਰ ਜਿਹੜਾ એનર્ਜੀ ਦਾ ਲੈਵਲ ਹੈ ਤੁਹਾਡਾ ਉਹ ਵਧੇਗਾ, ਉਹਦੇ ਨਾਲ ਤੁਹਾਡਾ ਕੰਮ ਕਰਨ ਨੂੰ ਜੀ ਕਰੇਗਾ, ਚੁਸਤੀ ਵੱਧ ਰਹੇਗੀ, ਨੀਂਦ ਤੁਹਾਨੂੰ ਲੋੜ ਅਨੁਸਾਰ ਆਏਗੀ, ਜੇ ਘੱਟ ਆਉਂਦੀ ਵੱਧ ਆਏਗੀ। ਮੋਟਾਪਾ ਤੁਹਾਨੂੰ ਲੋੜ ਹੀ ਨਹੀਂ ਬਦਲ ਕਰਨ ਦੀ ਮੋਟਾਪੇ ਬਾਰੇ। ਇਸ ਡਾਈਟ ਦੇ ਉੱਪਰ ਮੋਟਾਪਾ ਆਪਣੇ ਆਪ ਹੀ ਚਲਾ ਜਾਂਦਾ, ਫਾਲਤੂ ਫੈਟ ਘੁਲ ਜਾਂਦਾ, ਜੇ ਘੱਟ ਭਾਰ ਹੈ ਤਾਂ ਵੱਧ ਜਾਂਦਾ। ਤਾਂ ਇਹ ਕੁਦਰਤ ਦੇ ਅੰਦਰ, ਕਿਉਂਕਿ ਨੇਚਰ ਨੇ, ਇਹ ਸਿਰਫ ਅਸੀਂ ਨੇਚਰ ਨੂੰ ਹੈਲਪ ਕਰ ਰਹੇ ਹਾਂ ਕਿ ਨੇਚਰ ਨੂੰ ਅਸੀਂ ਇੱਕ ਜਿਹਨੂੰ ਕਹਿੰਦੇ ਨੇਚਰ ਜਿਹੜੀ ਬੋਲੀ ਨੇਚਰ ਸਮਝਦੀ ਹੈ, ਕੁਦਰਤ ਸਮਝਦੀ ਹੈ, ਉਸ ਬੋਲੀ 'ਚ ਉਹਨੂੰ ਦੇ ਰਹੇ ਹਾਂ। ਤੇ ਨੇਚਰ ਆਪਣੇ ਆਪ ਸਾਰਾ ਕੁਝ ਅੰਦਰ ਠੀਕ ਕਰ ਲੈਂਦੀ ਹੈ। ਨੇਚਰ ਦੇ ਅੰਦਰ ਇੰਨੀ ਪਾਵਰ ਹੈ, ਕੱਲਾ ਸੈੱਲ ਜਿਹੜਾ ਸਾਡਾ ਇੰਨਾ ਇੰਟੈਲੀਜੈਂਟ ਹੈ। ਔਰ ਸਾਡੇ ਅੰਦਰ ਸਾਡੇ ਸੈੱਲਾਂ ਤੋਂ ਵੱਧ 10 ਕਰੋੜ ਹੋਰ ਸੈੱਲ ਬੈਠੇ ਆ ਬੈਕਟੀਰੀਆ ਦੀ ਸ਼ਕਲ 'ਚ। ਉਹ ਇੰਨੇ ਇੰਟੈਲੀਜੈਂਟ ਨੇ, ਕਰੋੜਾਂ ਸਾਲ ਦੀ ਇੰਟੈਲੀਜੈਂਸ ਸਾਂਭ ਕੇ ਬੈਠੇ ਆ ਕਿ ਉਹ ਆਪਣੇ ਆਪ ਹੀ ਸਾਰਾ ਕੁਝ ਕਰ ਲੈਂਦੇ, ਸਾਨੂੰ ਕਰਨ ਦੀ ਲੋੜ ਨਹੀਂ ਹੁੰਦੀ। ਅਸੀਂ ਆਪਣੇ ਆਪ ਨੂੰ ਐਵੇਂ ਘਮੰਡ ਸਾਡੇ 'ਚ ਹੈ ਕਿ ਸਿਹਤ ਨੂੰ ਅਸੀਂ ਠੀਕ ਰੱਖਣਾ, ਸਿਹਤ ਨੂੰ ਕੁਦਰਤ ਠੀਕ ਰੱਖ ਰਹੀ ਹੈ। ਅਸੀਂ ਸਿਰਫ ਕੁਦਰਤ ਦੀ ਭਾਸ਼ਾ ਨੂੰ ਸਮਝਣਾ ਤੇ ਉਹਦੇ ਨਾਲ ਕੋਆਪਰੇਟ ਕਰਨਾ। ਡਾਕਟਰ ਸਾਹਿਬ, ਅੱਜ ਪਾਣੀ ਦੀ ਬੜੀ ਗੱਲ ਚੱਲ ਰਹੀ ਹੈ ਕਿ ਪਾਣੀ ਸ਼ੁੱਧ ਪੀਓ, ਪਾਣੀ TDS ਵਾਲਾ ਪੀਓ, ਪਾਣੀ TDS ਵਾਲਾ ਨਾ ਪੀਓ, ਬੋਤਲਬੰਦ ਪੀਓ, ਨਾ ਪੀਓ। ਇਹਦੇ ਬਾਰੇ ਜ਼ਰੂਰ ਸਪਸ਼ਟੀਕਰਨ ਦੱਸਿਓ। ਦੇਖੋ ਜੀ, ਜਿਹੜਾ ਤਾਂ ਸਵਾਲ ਹੈ ਬੋਟਲਡ ਵਾਟਰ ਦਾ, ਬੋਟਲਡ ਵਾਟਰ ਹਰ ਸ਼ਕਲ 'ਚ ਬਾਈਕਾਟ ਕਰਨਾ ਚਾਹੀਦਾ। ਇੱਥੋਂ ਤੱਕ ਗੰਦਾ ਉਹ ਪੈਦਾ ਹੋਣ ਤੋਂ ਲੈ ਕੇ ਸਿਹਤ ਤੱਕ ਗੰਦਾ ਹੈ। ਮਤਲਬ ਉਦੋਂ ਜਿੱਥੋਂ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਉੱਥੇ ਗੰਦ ਖਿਲਾਉਣਾ ਸ਼ੁਰੂ ਕਰ ਦਿੰਦਾ, ਉੱਥੇ ਸਾਰੇ ਇਨਵਾਇਰਨਮੈਂਟ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦਾ। ਔਰ ਪੀਣ ਤੋਂ ਬਾਅਦ ਵੀ ਜਦੋਂ ਖਾਲੀ ਬੋਤਲ ਹੋ ਜਾਂਦੀ ਹੈ ਉਹ ਵੀ ਗੰਦ ਹੀ ਗੰਦ ਹੈ। ਸੋ ਜਿਹੜਾ ਇੰਨਾ ਗੰਦ ਹੋਵੇ ਉਹਨੂੰ ਕਿਉਂ ਅਸੀਂ ਅਡਾਪਟ ਕਰ ਰਹੇ ਹਾਂ? ਅਸੀਂ ਬੇਵਕੂਫ ਹਾਂ, ਅਸੀਂ ਕਿਉਂ ਮੂਰਖ ਬਣ ਰਹੇ ਹਾਂ? ਬੋਟਲਾਂ ਵਾਲੇ ਪਾਣੀ ਦਾ, ਚਾਹੇ ਉਹ ਮਿੱਠਾ ਹੈ, ਪੈਪਸੀਆਂ, ਕੋਕੇ ਕੋਲੇ ਨੇ, ਲਿਮਕੇ ਨੇ, ਉਹ ਵੀ ਬਾਈਕਾਟ ਕਰਨੇ ਚਾਹੀਦੇ ਆ। ਔਰ ਪਲੇਨ ਵਾਟਰ ਜਿਹੜਾ ਉਹਨੂੰ ਵੀ ਬਾਈਕਾਟ ਕਰਨਾ ਚਾਹੀਦਾ, ਕੋਈ ਮਤਲਬ ਨਹੀਂ ਹੈ। ਅੱਗੇ ਆ ਗਿਆ ਸਵਾਲ TDS ਦਾ। RO ਇੱਕ ਫੈਸ਼ਨ ਬਣ ਗਿਆ, ਲੋਕਾਂ ਨੂੰ ਕਿਸੇ ਨੂੰ ਪਤਾ ਹੀ ਨਹੀਂ ਕਿ RO ਹੁੰਦਾ ਕੀ ਹੈ। ਇੱਕ ਫੈਸ਼ਨ ਦਾ ਸ਼ਬਦ ਬਣ ਗਿਆ ਕਿ RO ਲਵਾ ਲਿਆ। ਫਿਲਟਰ ਦੋ ਤਰ੍ਹਾਂ ਦੇ ਨੇ, ਇੱਕ RO ਫਿਲਟਰ ਹੈ ਜਿਹਦਾ ਮਿਨਰਲ ਨੂੰ ਕੱਢ ਦਿੰਦਾ ਹੈ, ਜਿਹੜੇ ਮਿਨਰਲਸ ਨੇ ਤਾਂ ਜਿਹਨੂੰ ਕਹਿੰਦੇ ਖਣਿਜ ਨੇ ਉਹਨੂੰ ਵੀ ਕੱਢਦਾ। ਜਿਹੜਾ ਦੂਜਾ RO ਹੈ ਸਿਰਫ ਉਹ ਕੀਟਾਣੂਆਂ ਨੂੰ ਕੱਢਦਾ, ਬਿਮਾਰੀ ਵਾਲਿਆਂ ਨੂੰ। ਤਾਂ ਜਿੱਥੇ ਕਿਤੇ ਕੋਈ ਪਾਣੀ ਦੂਰੋਂ ਆ ਰਿਹਾ ਉੱਥੇ ਦੂਜਾ ਫਿਲਟਰ ਲਵਾਉਣਾ ਚਾਹੀਦਾ, ਕਿਉਂਕਿ ਕੀਟਾਣੂ ਆ ਜਾਂਦੇ ਉਹਦੇ 'ਚ, ਕੀਟਾਣੂਆਂ ਤੋਂ ਬਚਣ ਲਈ। ਜੇ ਤੁਹਾਡੇ ਘਰ 'ਚ ਹੀ ਬੋਰ ਲੱਗਿਆ ਹੋਇਆ, ਉਹਦਾ TDS 500 ਤੋਂ ਘੱਟ ਹੈ, ਤੁਹਾਨੂੰ ਕਿਸੇ ਵੀ ਫਿਲਟਰ ਦੀ ਲੋੜ ਨਹੀਂ ਹੈ, ਕੋਈ ਫਿਲਟਰ ਦੀ ਜ਼ਰੂਰਤ ਨਹੀਂ ਹੈ। ਫਿਲਟਰ ਦੀ ਲੋੜ ਸਿਰਫ ਉਦੋਂ ਪੈਂਦੀ ਹੈ ਜਦੋਂ ਜਿਹੜਾ TDS ਹੈ, WHO ਕਹਿੰਦਾ 500 TDS, ਪੰਜਾਬ ਸਰਕਾਰ ਨੇ ਕਿਹਾ ਕਿ 750 ਤੱਕ ਵੀ ਠੀਕ ਹੈ। ਚਲੋ 500 ਲਾ ਲਓ ਜਾਂ 750 ਲੈ ਲਓ। ਉਸ ਤੋਂ ਉੱਪਰ ਅਗਰ TDS ਹੈ ਫਿਰ ਤੁਹਾਨੂੰ RO ਲਾਉਣਾ ਪਏਗਾ। ਜੇ ਤੁਹਾਡੇ ਕੋਲ ਹੋਰ ਸੋਰਸ ਨਹੀਂ ਹੈ ਤਾਂ ਉਹਦਾ ਵੀ ਫਿਰ ਮਿਕਸ ਕਰਕੇ ਪੀਣਾ ਚਾਹੀਦਾ। ਘੱਟੋ ਘੱਟ 200-250 TDS ਦਾ ਪਾਣੀ ਜ਼ਰੂਰ ਪੀਏ ਆਪਾਂ 50-100 ਜਿਹੜੇ ਜਿਵੇਂ RO ਵਾਲੇ 20-20 25-25 50 ਤੇ ਕਰਦੇ, ਉਹ ਪਾਣੀ ਨਹੀਂ ਪੀਣਾ ਚਾਹੀਦਾ। 200 TDS ਵਾਲਾ ਪਾਣੀ ਪੀਏ। ਫਿਰ ਜੋ RO ਲਾਉਣਾ ਸਾਡੀ ਮਜਬੂਰੀ ਹੈ, ਫਿਰ ਅਸੀਂ ਪਾਣੀ ਨੂੰ ਮਿਕਸ ਕਰ ਲਈਏ, ਜਾਂ RO ਵਾਲੇ ਨੂੰ ਕਹਿ ਦਈਏ ਵੀ ਤੂੰ ਭਾਈ ਮਿਕਸ ਕਰ ਦੇ। ਵੈਸੇ ਬਿਹਤਰ ਹੈ ਆਪਾਂ ਆਪ ਮਿਕਸ ਕਰਕੇ ਘੜਿਆਂ 'ਚ ਪਾ ਲਈਏ ਤਾਂ ਉਹ ਪਾਣੀ ਪੀਏ ਆਪਾਂ। ਬਾਕੀ ਜਿਹੜਾ ਹੈ ਪਾਣੀ, ਜਿਹੜਾ ਪਾਣੀ ਹੋਰ ਕਿਸੇ ਟੌਕਸਿਟੀ ਤੋਂ ਬਚਾਉਂਦਾ, ਜਿਹੜੀਆਂ ਬਾਕੀ ਆਰਸੈਨਿਕ ਹੈ ਹੋਰ ਹੈ, ਉਹਦੇ ਤੋਂ RO ਨਹੀਂ ਬਚਾ ਸਕਦਾ। ਕਿਉਂਕਿ ਤੁਸੀਂ ਪਾਣੀ ਅਗਰ ਜ਼ਹਿਰਾਂ ਤੋਂ ਮੁਕਤ ਪੀ ਵੀ ਲਓਗੇ ਤਾਂ ਜਦੋਂ ਨਹਾਓਗੇ ਉਸ ਪਾਣੀ 'ਚ ਉਹ ਤੁਹਾਡਾ ਚਮੜੀ 'ਚੋਂ ਚਲਾ ਜਾਏਗਾ। ਜਿਹੜਾ RO ਹੈ, ਇੱਕੋ ਹੀ ਗੱਲ ਦਾ ਆਨਸਰ ਹੈ, TDS ਅਗਰ ਬਹੁਤ ਜ਼ਿਆਦਾ ਹੈ ਅਤੇ ਤੁਹਾਡੇ ਕੋਲ ਕੋਈ ਆਲਟਰਨੇਟ ਸੋਰਸ ਨਹੀਂ ਹੈ ਤਾਂ RO ਲਾਉਣਾ ਜਾਇਜ਼ ਹੈ। ਉਹ ਬਹੁਤ ਥੋੜ੍ਹੀਆਂ ਹਾਲਾਤ ਨੇ ਉੱਥੇ। ਇੱਧਰ ਅਬੋਹਰ ਫਾਜ਼ਿਲਕਾ ਵੱਲ, ਇੱਧਰ ਮੁਕਤਸਰ ਵੱਲ ਜ਼ਿਆਦਾ ਨੇ, ਲੇਕਿਨ ਇੱਧਰ ਤੁਸੀਂ ਚਲੇ ਕੁਛ ਥਾਵਾਂ 'ਤੇ ਚੰਡੀਗੜ੍ਹ ਹੈ, ਚੰਡੀਗੜ੍ਹ TDS ਹੀ 150 ਹੈ। ਜਿੱਥੇ ਨਹਿਰ ਦਾ ਪਾਣੀ ਆ ਰਿਹਾ ਉੱਥੇ TDS ਵੈਸੇ ਬਹੁਤ ਘੱਟ ਹੁੰਦਾ, ਜਦ ਬਹੁਤ ਥਾਵਾਂ 'ਤੇ ਬੋਰਾਂ ਦਾ ਪਾਣੀ ਵੀ ਬਹੁਤ ਠੀਕ ਹੈ। ਤਾਂ ਇਸ ਕਰਕੇ ਉਹਨੂੰ ਪਾਣੀ ਨੂੰ ਸਿਆਣਪ ਨਾਲ, ਆਪਣੇ ਇਲਾਕੇ ਦੇ ਹਿਸਾਬ ਨਾਲ, ਆਪਣੀ ਲੋਕਲ ਕੰਡੀਸ਼ਨ ਦੇ ਹਿਸਾਬ ਨਾਲ ਸਿਆਣਪ ਨਾਲ ਵਰਤੀਏ। ਫੈਸ਼ਨ ਦੇ ਵਿੱਚ ਜਾਂ ਕਹਿ ਕਹਾਏ 'ਤੇ ਜਾਂ ਐਵੇਂ ਭੇਡ ਚਾਲ ਨਾ ਜਾਈਏ। ਉਹਦੇ ਨਾਲ ਜਿੱਥੇ ਅਸੀਂ ਕੁਦਰਤ ਦੇ ਖਿਲਾਫ ਕ੍ਰਾਈਮ ਕਮਿਟ ਕਰਦੇ ਹਾਂ, ਪਲਾਸਟਿਕ ਖੜਾ ਕੇ ਜਾਂ ਪਲਾਸਟਿਕ ਪੀ ਕੇ, ਉੱਥੇ ਆਪਣੀ ਸਿਹਤ ਵੀ ਖਰਾਬ ਕਰਦੇ ਹਾਂ। ਇਸ ਕਰਕੇ ਪਾਣੀ ਨੂੰ ਸਿਆਣਪ ਨਾਲ, ਕਿਉਂਕਿ ਪਾਣੀ ਦੀ ਸਮੱਸਿਆ ਏਰੀਆ ਸਪੈਸੀਫਿਕ ਹੈ, ਈਵਨ ਫੈਮਿਲੀ ਸਪੈਸੀਫਿਕ ਹੋ ਸਕਦੀ ਹੈ ਕਿ ਉਹ ਫੈਮਿਲੀ ਕਿਹੜਾ ਪਾਣੀ ਪੀ ਰਹੀ ਹੈ। ਜਿੱਥੇ ਕਿਤੇ ਨਹਿਰ ਦੇ ਕੰਢੇ 'ਤੇ ਕੋਈ ਨਲਕਾ ਲੱਗਿਆ ਹੋਇਆ ਜਾਂ ਟਿਊਬਵੈੱਲ ਲੱਗਿਆ ਹੋਇਆ, ਦਰਿਆ ਦੇ ਕੰਢੇ 'ਤੇ ਲੱਗਿਆ ਹੋਇਆ, ਉੱਥੋਂ ਪਾਣੀ ਲੈ ਲਈਏ। ਬਹੁਤ ਥਾਵਾਂ 'ਤੇ ਨਹਿਰਾਂ ਲੰਘਦੀਆਂ ਨੇ, ਨਹਿਰਾਂ ਦੇ ਕੰਢਿਆਂ ਦੇ ਉੱਪਰ ਬੜੇ ਜਿਹੜੇ ਬਹੁਤ ਸਾਰੇ ਨਲਕੇ ਲਵਾ ਦੇਣੇ ਚਾਹੀਦੇ ਆ, ਜਾਂ ਛੋਟੇ ਮੋਟੇ ਬੋਰ ਲਾ ਕੇ ਟੈਂਕੀ ਵੀ ਲਾ ਦੇਣੀ ਚਾਹੀਦੀ ਹੈ, ਕਿਉਂਕਿ ਉਸ ਪਾਣੀ ਦਾ TDS ਬਹੁਤ ਘੱਟ ਹੁੰਦਾ ਤਾਂ ਉਹ ਪਾਣੀ ਸਿੱਧਾ ਪੀਤਾ ਜਾ ਸਕਦਾ। ਸੋ ਇਸ ਕਰਕੇ ਸਿਆਣਪ ਨਾਲ ਜਿਹੜੀ ਹੈ ਪਾਣੀ ਨੂੰ ਅਸੀਂ ਵਰਤੀਏ, ਘੱਟ ਤੋਂ ਘੱਟ ਖਰਚੇ ਨਾਲ, ਘੱਟ ਤੋਂ ਘੱਟ ਆਪਣੀ ਸਿਹਤ ਖਰਾਬ ਕਰਕੇ ਅਤੇ ਘੱਟ ਤੋਂ ਘੱਟ ਕੁਦਰਤ ਨੂੰ ਖਰਾਬ ਕਰਕੇ। ਇੱਕ ਡਾਕਟਰ ਸਾਹਿਬ, TDS ਦੀ ਤੁਸੀਂ ਮੇਜਰਮੈਂਟ ਮਿਕਦਾਰ ਦੱਸ ਰਹੇ ਸੀ ਕਿ ਹੁਣ ਨਵੀਂ ਮਿਕਦਾਰ ਇੰਨੀ ਆਈ ਹੈ ਕਿ ਇੰਨਾ TDS ਹੋਵੇ ਤਾਂ ਤੁਸੀਂ ਪਾਣੀ ਪੀ ਸਕਦੇ ਹੋ। ਪਹਿਲਾਂ 500 ਸੀ, 250, 200, 250 ਵਾਲਾ ਪਾਣੀ ਤੋਂ ਘੱਟ ਨਹੀਂ ਪੀਣਾ ਚਾਹੀਦਾ। ਹੁਣ WHO ਕਹਿੰਦਾ 500 ਤੱਕ ਪੀ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈ। ਅਤੇ ਪੰਜਾਬ ਸਰਕਾਰ ਨੇ ਕਿਹਾ 750 ਤੱਕ ਵੀ, ਕਿਉਂਕਿ ਦਿੱਕਤ ਹੈ ਬਹੁਤ ਥਾਵਾਂ 'ਤੇ TDS ਜ਼ਿਆਦਾ ਹੈ। ਤਾਂ 750 ਤੱਕ ਵੀ ਪੀ ਲਵਾਂਗੇ, ਨੁਕਸਾਨ ਕੋਈ ਨਹੀਂ ਹੋਣ ਲੱਗਿਆ ਉਹਦੇ ਨਾਲ ਐਡਾ। ਬਹੁਤ ਲਗਾਤਾਰ ਦਹਾਕਾਂ ਤੱਕ ਪੀਵਾਂਗੇ ਫਿਰ ਥੋੜ੍ਹਾ ਬਹੁਤ ਚਲੋ ਪ੍ਰੋਬਲਮ ਹੋ ਸਕਦੀ ਹੈ, ਲੇਕਿਨ ਜਿਹੜਾ TDS ਹੈ 500 ਤੱਕ ਤਾਂ ਬਿਲਕੁਲ ਹੀ ਸੇਫ ਹੈ।
ਬਿਲਕੁਲ ਹੀ ਸੇਫ ਹੈ। 250 ਤੋਂ ਘੱਟ ਪੀਣਾ ਨਹੀਂ ਚਾਹੀਦਾ, 250 ਤੋਂ ਘੱਟ ਪੀਣਾ ਨਹੀਂ ਚਾਹੀਦਾ। ਜਿਹੜਾ ਬਹੁਤ ਲੋ TDS ਵਾਲਾ ਪਾਣੀ ਹੈ ਉਹ ਕੀ ਕਰੇਗਾ, ਤੁਹਾਡੇ ਅੰਦਰਲੇ ਮਿਨਰਲ ਉਲਟਾ ਖਿੱਚ ਲੇਗਾ, ਕਿਉਂਕਿ ਜਦੋਂ ਸਰੀਰ ਨੇ ਪਾਣੀ ਵਰਤਣਾ ਤਾਂ ਉਹਨੇ ਪਾਣੀ ਨਹੀਂ ਵਰਤਣਾ, ਉਹਨੇ ਮਿਨਰਲ ਵਾਟਰ ਦੇ ਤੌਰ ਤੇ ਵਰਤਣਾ ਉਹਨੂੰ, ਤੇ ਉਹ ਮਿਨਰਲ ਕਿੱਥੋਂ ਲਏਗਾ? ਜੇ ਉਹਦੇ ਪਾਣੀ 'ਚ ਮਿਨਰਲ ਨਹੀਂ ਹੈਗੇ, ਤੁਹਾਡਾ ਸੁੱਸੂ ਜਿਹੜਾ ਪਿਸ਼ਾਬ ਦਾ ਤੁਹਾਡਾ ਮਿਨਰਲ ਵਾਲਾ ਨਿਕਲੇਗਾ ਬਾਹਰ, ਪਸੀਨਾ ਦਾ ਮਿਨਰਲ ਵਾਲਾ ਨਿਕਲੇਗਾ, ਉਹ ਕਿੱਥੋਂ ਲਏਗਾ ਮਿਨਰਲ? ਤੁਹਾਡੇ ਸਰੀਰ 'ਚੋਂ ਖਿੱਚ ਲੇਗਾ। ਸੋ ਇਸ ਕਰਕੇ ਮਿਨਰਲ ਵਾਲਾ ਔਰ ਜਿਹੜਾ ਪਾਣੀ ਦੇ ਅੰਦਰ ਮਿਨਰਲਸ ਹੁੰਦੇ ਨੇ ਉਹ ਇੰਨੇ ਨੈਚੁਰਲ ਹੁੰਦੇ ਆ ਕਿ ਤੁਹਾਡੀ ਬਾਡੀ ਉਹਨੂੰ ਬਹੁਤ ਆਸਾਨੀ ਨਾਲ ਵਰਤਦੀ ਹੈ। ਦੁੱਧ ਦੇ ਅੰਦਰ ਜਿਹੜੇ ਮਿਨਰਲ ਨੇ ਉਹਨੂੰ ਨਹੀਂ ਵਰਤ ਸਕਦੇ ਹੋ, ਲੇਕਿਨ ਤੁਹਾਡੇ ਪਾਣੀ ਦੇ ਅੰਦਰ ਜਿਹੜੇ ਮਿਨਰਲ ਨੇ ਉਹ ਇੰਨੀ ਆਸਾਨੀ ਨਾਲ ਬਾਡੀ ਵਰਤਦੀ ਹੈ। ਤੇ ਇਸ ਕਰਕੇ ਉਹ ਮਿਨਰਲ ਨੂੰ ਡਿਸਟਰਬ ਨਹੀਂ ਕਰਨਾ ਚਾਹੀਦਾ, ਉਹ ਮਿਨਰਲ ਰੀਜ਼ਨੇਬਲ ਮਾਤਰਾ 'ਚ ਲੈਣੇ ਚਾਹੀਦੇ ਆ। ਤੇ ਇਸ ਕਰਕੇ 200-250 ਘੱਟੋ ਘੱਟ ਹੋਵੇ, 500 ਤੱਕ ਵੀ TDS ਜਿਹੜੀ ਹੈ ਉਹ ਜਸਟੀਫਾਈਡ ਹੈ, ਕੋਈ ਉਹਦਾ ਦਿੱਕਤ ਨਹੀਂ ਹੈ ਜੀ। ਸਮਾਂ ਦੇਣ ਲਈ ਧੰਨਵਾਦ। ਧੰਨਵਾਦ ਜੀ। ਇਹ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਹੜੇ ਇਸ ਮੁਹਿੰਮ ਤੇ ਲੱਗੇ ਹੋਏ ਨੇ ਕਿ ਤੁਹਾਡੀ ਜੇਬ ਕਿਵੇਂ ਬਚ ਸਕਦੀ ਹੈ, ਡਾਕਟਰਾਂ ਦੀ ਲੁੱਟ ਕਿਵੇਂ ਬਚ ਸਕਦੀ ਹੈ ਔਰ ਤੁਸੀਂ ਸਿਹਤਮੰਦ ਕਿਵੇਂ ਰਹਿ ਸਕਦੇ ਹੋ। ਇਹਨਾਂ ਦਾ ਕਹਿਣਾ ਹੈ ਕਿ ਤੁਸੀਂ ਡਾਇਰੈਕਟ ਭੋਜਨ ਜਿਹੜਾ ਤੁਹਾਡੀ ਥਾਲੀ ਦੇ ਵਿੱਚ ਹੈ ਉਹਨੂੰ ਠੀਕ ਕਰੋ ਤੇ ਬਿਮਾਰੀਆਂ ਤੋਂ ਤੁਸੀਂ ਮੁਕਤੀ ਪਾ ਲਓਗੇ। ਸੋ ਮੈਨੂੰ ਇਸੇ ਆਸ਼ੇ ਦੇ ਨਾਲ ਦਿਓ ਇਜਾਜ਼ਤ।